श्री अकाल प्यारे विद्यार्थियों, मैं डॉली साइंस मिस्ट्रेस गवर्नमेंट गर्ल्स सीनियर सैकेंडरी स्मार्ट स्कूल अजनाला डिस्ट्रिक्ट ਅੰਮ੍ਰਿਤਸਰ ਤੋਂ ਅੱਜ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਔਰ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਇਸ ਕੋਵਿਡ ਪੀਰੀਅਡ ਦੇ ਦੌਰਾਨ ਬਿਲਕੁਲ ਹੀ ਸੇਫ ਹੋਵੋਗੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਸਾਰੇ ਲੈਕਚਰ ਬੜੇ ਹੀ ਧਿਆਨ ਦੇ ਨਾਲ ਸੁਣਦੇ ਹੋ ਔਰ ਸਮਝਦੇ ਵੀ ਹੋ। ਸਾਡਾ ਚੈਪਟਰ 8 यानी जीव प्रजनन किवें करते हैं, हाउ डू ऑर्गेनिजम्स रिप्रोड्यूस वो चल रहा है और उस दे विच असी अलिंगी प्रजनन यानी असैक्सुअल विधि बारे डिस्कस ऑलरेडी कर चुके हैं। आज असी पढ़ांगे लिंगी प्रजनन बारे, सैक्सुअल रिप्रोडक्शन दे बारे और नाल ही जानांगे कि जो नर प्रजनन प्रणाली है यानी मेल रिप्रोडक्टिव सिस्टम एंड फीमेल रिप्रोडक्टिव सिस्टम मादा प्रजनन प्रणाली ਕਿਵੇਂ ਦੀ ਹੁੰਦੀ ਹੈ ਔਰ ਇਹਨਾਂ ਦੇ ਵਿੱਚ ਕੀ ਫਾਰਮੇਸ਼ਨਸ ਹੁੰਦੀਆਂ ਨੇ ਔਰ ਜੋ ਅੰਡਾਣੂ ਹੈ ਜਾਂ ਸ਼ੁਕਰਾਣੂ ਹੈ ਜੋ ਵੀ ਉਹਨਾਂ ਦੇ ਬਾਰੇ ਨਿਸ਼ੇਚਨ ਹੁੰਦਾ ਹੈ ਉਹ ਅੱਜ ਅਸੀਂ ਡਿਸਕਸ ਕਰਾਂਗੇ। ਔਰ ਇਹਨਾਂ ਦੇ ਵਿੱਚ ਅਸੀਂ ਅੱਗੇ ਪੜਾਂਗੇ ਕਿ ਜੋ ਨਿਸ਼ੇਚਨ ਕਿਰਿਆ ਹੁੰਦੀ ਹੈ ਉਹ ਕੀ ਹੁੰਦੀ ਹੈ ਔਰ ਜਦੋਂ ਅੰਡਾ ਵਿਕਸਿਤ ਹੋਣ ਤੋਂ ਬਾਅਦ ਵੀ ਨਿਸ਼ੇਚਿਤ ਨਾ ਹੋਵੇ ਉਦੋਂ ਕੀ ਹੁੰਦਾ ਹੈ। ਸੋ ਅੱਜ ਦੇ ਲੈਕਚਰ ਵਿੱਚ ਅਸੀਂ ਸਾਰਾ ਇਸ ਨੂੰ ਡਿਟੇਲ ਦੇ ਵਿੱਚ ਕਰਾਂਗੇ। ਆਓ ਪੜ੍ਹਦੇ ਹਾਂ। जिन्ने भी सारे लिविंग थिंग्स ने वो रीप्रोड्यूस करते हैं। री का मतलब दोबारा, प्रोड्यूस का मतलब पैदा करना। सो रीप्रोड्यूस अपने ही वर्गे जीवां नूं दोबारा तो पैदा करना जिसनों असीं रीप्रोडक्शन यानी प्रजनन बोलते हैं। ठीक है, सो सारे दे सारे लिविंग थिंग्स रीप्रोड्यूस करते हैं, चाहे वो पौधे ने चाहे वो जीव जंतु ने। सो रीप्रोडक्शन जिहड़ा है ਇਹਦੇ ਵਿੱਚ ਜਿਹੜੇ ਆਫਸਪ੍ਰਿੰਗਸ ਹੁੰਦੇ ਨੇ, ਬੇਬੀਜ਼ ਹੁੰਦੇ ਨੇ, ਉਹਨਾਂ ਨੂੰ ਜਿਹੜੀ ਆਪਣੀ ਪੇਰੈਂਟਸ ਤੋਂ ਜਿਹੜੀ ਵੀ ਹੈਰੀਟਰੀ ਇਨਫੋਰਮੇਸ਼ਨ ਹੁੰਦੀ ਹੈ ਡੀਐਨਏਸ ਦੇ ਵਿੱਚੋਂ ਗੁਣਸੂਤਰਾਂ ਰਾਹੀਂ ਉਹ ਅੱਗੇ ਪਹੁੰਚਦੀ ਆ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਪੜ੍ਹ ਚੁੱਕੇ ਕਿ ਦੋ ਤਰ੍ਹਾਂ ਦੀ ਹੁੰਦੀ ਹੈ ਰੀਪਰੋਡਕਸ਼ਨ, ਸੈਕਸ਼ੂਅਲ ਐਂਡ ਅਸੈਕਸ਼ੂਅਲ। ਅਸੈਕਸ਼ੂਅਲ ਉਹ ਹੁੰਦਾ ਜਿਹਦੇ ਵਿੱਚ ਸਿਰਫ ਇੱਕ ਜਨਕ ਦੀ ਲੋੜ ਹੁੰਦੀ ਹੈ ਔਰ ਸੈਕਸ਼ੂਅਲ ਦੇ ਵਿੱਚ ਦੋਨਾਂ ਜਣਕਾਂ ਦੀ ਜ਼ਰੂਰਤ ਹੁੰਦੀ ਹੈ। ਸੋ ਸੈਕਸ਼ੂਅਲ यानी लिंगी ਅਤੇ ਅਸੈਕਸ਼ੂਅਲ यानी ਅਲਿੰਗੀ। ਸੋ ਅਲਿੰਗੀ ਆਪਾਂ ਪੜ੍ਹ ਚੁੱਕੇ ਹਾਂ, ਅਮੀਬਾ ਦੇ ਵਿੱਚ ਹੁੰਦਾ, ਬਰਡਿੰਗ ਹੁੰਦਾ ਹਾਈਡਰਾ ਦੇ ਵਿੱਚ। ਠੀਕ ਹੈ, ਖਮੀਰ ਦੇ ਵਿੱਚ ਬਰਡਿੰਗ ਹੁੰਦਾ ਹੈ। ਸੋ ਉਹ ਸਾਰੇ ਅਸੈਕਸ਼ੂਅਲ ਦੇ ਵਿੱਚ ਆਉਂਦੇ ਸੀ। ਹੁਣ ਅਸੀਂ ਸੈਕਸ਼ੂਅਲ ਦੇ ਵਿੱਚ ਜਿਹੜੇ ਆ ਗੈਮੇਟਸ ਹੁੰਦੇ ਨੇ, ਯੁਗਮਕ ਹੁੰਦੇ ਨੇ, ਉਹ ਮਿਲਦੇ ਨੇ। ਆਪਾਂ ਅੱਜ ਡਿਟੇਲ 'ਚ ਥੋੜ੍ਹਾ ਪੜ੍ਹਾਂਗੇ। ਅਸੈਕਸ਼ੂਅਲ ਰਿਪਰੋਡਕਸ਼ਨ यानी ਅਲਿੰਗੀ ਪ੍ਰਜਨਨ ਅਸੀਂ ਪਿਛਲੇ ਟੌਪਿਕ 'ਚ ਕਰ ਚੁੱਕੇ ਹਾਂ ਕਿ ਕਿਵੇਂ ਇੱਕ ਜਣਕ ਤੋਂ ਜਿਹੜਾ ਉਹਦੀ ਜਿਹੜੀ ਸੇਮ ਉਸੇ ਤਰ੍ਹਾਂ ਦਾ ਨੈਕਸਟ ਜਿਹੜਾ ਵਾ ਬੇਬੀ ਜਿਹੜਾ ਹੁੰਦਾ ਹੈ ਉਹ ਪੈਦਾ ਹੁੰਦਾ ਹੈ, ਉਹ ਹੁੰਦਾ ਜੀ ਇਹ ਅਸੈਕਸ਼ੂਅਲ। ਠੀਕ ਹੈ ਜੀ, ਸੋ ਅਸੈਕਸ਼ੂਅਲ ਦੇ ਵਿੱਚ ਸੇਮ ਤਰ੍ਹਾਂ ਦੇ ਜਿਹੜੇ ਡਾਟਰ ਸੈਲਸ ਹੁੰਦੇ ਨੇ ਆਪਣੇ ਪੈਰੈਂਟ ਸੈਲ ਦੇ ਵਰਗੇ ਲੱਗਦੇ ਨੇ। ਸੋ ਅਸੈਕਸ਼ੂਅਲ ਦੇ ਵਿੱਚ ਸਿਰਫ ਇੱਕ ਹੀ ਜਣਕ ਦੀ ਜ਼ਰੂਰਤ ਹੁੰਦੀ ਆ। ठीक है जी, सो नेक्स्ट आंदा जी लिंगी प्रजनन। लिंगी यानी सैक्शुअल रिप्रोडक्शन। सो लिंगी प्रजनन दे विच मादा ਅਤੇ ਨਰ ਦੋਨੋਂ ਭਾਗ ਲੈਂਦੇ ਨੇ। ਠੀਕ ਹੈ, ਹਰ ਜੀਵ ਜੰਤੂ ਦੀ ਜਿਹੜੀ ਸਪੀਸ਼ੀਜ਼ ਆ ਉਹਦੇ ਵਿੱਚ ਨਰ ਅਤੇ ਮਾਦਾ ਦੋਨਾਂ ਦੇ ਜਣਨ ਅੰਗ ਭਾਗ ਲੈਂਦੇ ਨੇ ਔਰ ਇਹਦੀ ਵੀ ਇੰਪੋਰਟੈਂਸ ਹੈ ਕਿਉਂਕਿ ਰੀਪਰੋਡਕਸ਼ਨ ਵੈਸੇ ਹੀ ਬਹੁਤ ਇੰਪੋਰਟੈਂਸ ਰੱਖਦਾ ਵਾ ਸਾਡੇ ਵਾਤਾਵਰਨ ਦੇ ਵਿੱਚ। ਸੋ ਇਹਦੇ ਵਿੱਚ ਕੀ ਹੁੰਦਾ ਆ, ਜੰਤੂਆਂ ਪੌਦਿਆਂ ਦੀ ਤਰ੍ਹਾਂ ਜੰਤੂ ਵੀ ਨਰ ਅਤੇ ਮਾਦਾ ਯੁਗਮਕ ਬਣਾਉਂਦੇ ਨੇ। ਉਹ ਆਪਾਂ ਅੱਗੇ ਡਿਸਕਸ ਕਰਾਂਗੇ ਅਤੇ ਉਹਨਾਂ ਤੋਂ ਫਿਰ ਯੁਗਮਜ ਬਣਦੇ ਆ ਔਰ ਉਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਆ ਆਪਾਂ ਡਿਟੇਲ 'ਚ ਕਰਾਂਗੇ। ਸੋ ਆਓ ਚੱਲਦੇ ਆ। ਸੋ ਇਹਦੇ ਵਿੱਚ ਲਿੰਗੀ ਪ੍ਰਜਨਨ ਦੇ ਵਿੱਚ ਕੀ ਹੁੰਦਾ ਕਿ ਇੱਕ ਅੰਡਾਣੂ ਹੁੰਦਾ ਔਰ ਇੱਕ ਸ਼ੁਕਰਾਣੂ ਹੁੰਦਾ ਜਿਹਨੂੰ ਅਸੀਂ ਫੀਮੇਲ ਗੈਮੇਟ ਔਰ ਮੇਲ ਗੈਮੇਟ ਬੋਲਦੇ ਆ। ਸੋ ਫੀਮੇਲ ਗੈਮੇਟ ਔਰ ਮੇਲ ਗੈਮੇਟ ਜਦੋਂ ਮਿਲਦੇ ਨੇ, ਫਿਊਜ਼ ਹੁੰਦੇ ਨੇ, ਮਿਲਦੇ ਨੇ ਆਪਸ ਦੇ ਵਿੱਚ ਤੇ ਇੱਕ ਨਿਊ ਜੋ ਯੁਗਮਜ ਬਣਦਾ ਹੈ। ਠੀਕ ਹੈ, ਸੋ ਬੱਚਿਓ ਸ਼ੁਕਰਾਣੂ यानी ਸਪਰਮ। ਹੁਣ ਸਪਰਮ ਕੀ ਹੈ? ਹੁਣੇ ਅਸੀਂ ਕੀਤਾ ਕਿ ਨਰ ਯੁਗਮਕ यानी ਮੇਲ ਗੈਮੇਟ ਬੋਲਦੇ। ਸੋ ਦੋ ਤਰ੍ਹਾਂ ਦੇ ਯੁਗਮਕ ਨੇ, ਇੱਕ ਮਾਦਾ ਯੁਗਮਕ ਔਰ ਇੱਕ ਨਰ ਯੁਗਮਕ। ਨਰ ਯੁਗਮਕ यानी ਜੋ ਮੇਲ ਵਿੱਚ ਹੁੰਦੇ ਨੇ ਸੋ ਮੇਲ ਗੈਮੇਟ ਔਰ ਜੋ ਮਾਦਾ ਯੁਗਮਕ ਹੈ that is ਫੀਮੇਲ ਗੈਮੇਟ। ਹੁਣ ਮਾਦਾ ਦੇ ਵਿੱਚ ਕੀ ਬਣਦਾ ਹੈ? ਅੰਡਾਣੂ यानी ओवम बनता है और एग भी बोल देंगे हैं। सो अंडाणु यानी मादा युग्मक कहलाता है और शुक्राणु जो मेल गैमेट यानी नर युग्मक कहलाता है। सो जदों भी
नर युग्मक और मादा युग्मक। इत्थे एक चीज क्लियर कर दवा कि नर युग्मक और जो मादा युग्मक है दोनों दे विच अपना केंद्रक हुंदा है। इसदा भी एक केंद्रक हुंदा है और इसदा भी एक केंद्रक हुंदा है, यानी न्यूक्लियस। सो ਇਹ चीज जो हुंदी है, ठीक है, ਇਹਦਾ ਹੈਡ ਹੈ ਸ਼ੁਕਰਾਣੂ ਦਾ। ਇਹ ਚੀਜ਼ ਜੋ ਹੈ, ਇਹ ਸਾਈਡ ਜੋ ਹੈ that is ਇੱਥੇ ਇਹਦੇ ਕੋਲ ਮਾਈਟੋਕੌਂਡਰੀਆ ਹੁੰਦਾ ਹੈ। ਔਰ ਮਾਈਟੋਕੌਂਡਰੀਆ ਕੀ ਕਰਦਾ ਹੈ, ਆਪਣਾ એનર્ਜੀ ਵਾਸਤੇ ਆਪਣਾ ਜੋ ਇਹਨੂੰ એનર્ਜੀ ਪ੍ਰੋਵਾਈਡ ਕਰਦਾ ਹੈ। ਔਰ ਲਾਸਟ ਵਿੱਚ ਇਹਦੀ ਟੇਲ ਹੈ ਜੋ ਇਸ ਨੂੰ ਮੂਵ ਕਰਨ ਦੇ ਵਿੱਚ ਮਦਦ ਕਰਦੀ ਹੈ। ਅੰਡਾਣੂ ਐਗ ਜੋ ਫੀਮੇਲ ਗੈਮੇਟ ਅਸੀਂ ਇਹਨੂੰ ਬੋਲਦੇ ਹਾਂ। ਸੋ ਇਸ ਦਾ ਵੀ ਸੈਂਟਰ ਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਹੈ। ਹੁਣ ਬੱਚਿਓ ਇੱਥੇ ਇੱਕ ਫਿਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਕੋਈ ਅੰਡਾਣੂ ਸ਼ੁਕਰਾਣੂ ਦੇ ਨਾਲ ਮਿਲਦਾ ਹੈ, ਯਾਨੀ ਜਦੋਂ ਦੋਵੇਂ ਆਪਸ ਵਿੱਚ ਮਿਲਦੇ ਹਨ ਤਾਂ ਇੱਕ ਨਵਾਂ ਹੀ ਬਣਦਾ ਹੈ ਸਾਡੇ ਕੋਲ। ਉਹ ਕੀ ਹੈ, that is ਯੁਗਮਜ, ਜਿਹਨੂੰ ਅਸੀਂ ਜ਼ਾਇਗੋਟ ਬੋਲਦੇ ਨੇ ਹਾਂ। ਔਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜੋ ਯੁਗਮਜ ਬਣਿਆ ਹੈ ਉਹ ਕੀ ਹੈ, ਉਸ ਦੇ ਵਿੱਚ ਦੋ ਕੇਂਦਰਕ ਬਣੇ ਹਨ। ਕਿਉਂ ਬਣਾਏ ਹਨ ਇੱਥੇ, ਇੱਕ ਕੇਂਦਰਕ ਅੰਡਾਣੂ ਦਾ, ਇੱਕ ਕੇਂਦਰਕ ਸ਼ੁਕਰਾਣੂ ਦਾ, ਯਾਨੀ ਸਪਰਮ ਦਾ। ਜਦੋਂ ਦੋਨੋਂ ਮਿਲ ਜਾਂਦੇ ਨੇ ਤੇ ਬਾਅਦ ਵਿੱਚ ਇਸ ਤੋਂ ਬਾਅਦ ਇੱਕ ਸਿੰਗਲ ਨਿਊਕਲੀਅਸ ਫਾਰਮ ਹੋ ਜਾਂਦਾ ਹੈ। ਸੋ ਉਸ ਨੂੰ ਅਸੀਂ ਕੀ ਬੋਲਦੇ ਹਾਂ, ਜ਼ਾਇਗੋਟ। ਹੁਣ ਇਹ ਦੋਵੇਂ ਆਪਸ ਵਿੱਚ ਜੁੜ ਕੇ ਇੱਕ ਇਕੱਲਾ ਹੀ ਕੇਂਦਰਕ ਬਣਾ ਲੈਂਦੇ ਨੇ। ਸੋ ਸਟਾਰਟਿੰਗ ਦੇ ਵਿੱਚ ਇਹ ਫਿਊਜ਼ ਹੋਣਗੇ, ਜੁੜਨ ਤੋਂ ਬਾਅਦ ਇਹ ਇੱਕ ਇਕੱਲਾ ਕੇਂਦਰਕ ਬਣ ਜਾਂਦਾ ਹੈ। ਔਰ ਇਹੀ ਪ੍ਰੋਸੈਸ ਨੂੰ, ਇਸੇ ਕਿਰਿਆ ਨੂੰ ਅਸੀਂ ਬੋਲਦੇ ਹਾਂ ਫਰਟੀਲਾਈਜੇਸ਼ਨ, ਯਾਨੀ ਨਿਸ਼ੇਚਨ ਕਿਰਿਆ। ਸੋ ਨਿਸ਼ੇਚਨ ਕਿਰਿਆ ਕੀ ਹੈ, ਜਦੋਂ ਕੋਈ ਅੰਡਾਣੂ ਸ਼ੁਕਰਾਣੂ ਦੇ ਨਾਲ ਮਿਲਦਾ ਹੈ ਤਾਂ ਇੱਕ ਯੁਗਮਜ ਯਾਨੀ ਜ਼ਾਇਗੋਟ ਬਣਦਾ ਹੈ। ਆਫਟਰ ਫਰਟੀਲਾਈਜੇਸ਼ਨ, ਆਫਟਰ ਨਿਸ਼ੇਚਨ ਇਹ ਬਣ ਜਾਂਦਾ ਹੈ। ਸੋ ਇੱਕ ਸਿੰਗਲ ਸੈਲ ਦੀ ਤਰ੍ਹਾਂ ਕੰਮ ਕਰਦਾ ਕੌਣ, ਜ਼ਾਇਗੋਟ ਯਾਨੀ ਨਿਸ਼ੇਚਨ। ਥੋੜੇ ਦਿਨਾਂ ਬਾਅਦ, 3 ਦਿਨਾਂ ਬਾਅਦ 16 ਸੈੱਲਾਂ ਦੇ ਵਿੱਚ ਹੋਰ ਟੁੱਟ ਜਾਂਦਾ ਹੈ। ਔਰ ਫਿਰ ਉਸ ਤੋਂ ਬਾਅਦ ਇਹ ਬਲਾਸਟੋਸਿਸਟ ਨੂੰ ਬੋਲਦੇ ਆ, ਜਦੋਂ ਜ਼ਾਇਗੋਟ 32 ਸੈੱਲਾਂ ਦੇ ਵਿੱਚ ਟੁੱਟ ਜਾਂਦਾ ਹੈ। ਠੀਕ ਹੈ, ਸੋ ਜ਼ਾਇਗੋਟ ਪਹਿਲਾਂ 16 ਸੈੱਲਾਂ ਦੇ ਵਿੱਚ ਟੁੱਟਦਾ ਹੈ, ਫਿਰ 32 ਸੈੱਲਾਂ 'ਚ ਵੀ ਹੌਲੀ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਜ਼ਾਇਗੋਟ ਜਿਹੜਾ ਜਦੋਂ ਸੈੱਲ ਦੀ ਵੰਡ ਹੁੰਦੀ ਹੈ ਐਮਬ੍ਰੀਓ ਬਣ ਜਾਂਦਾ ਹੈ। ਐਮਬ੍ਰੀਓ ਕੀ ਹੈ ਇਹਦਾ, ਐਮਬ੍ਰੀਓ ਜਿਹੜਾ ਭਰੂਣ ਹੁੰਦਾ ਹੈ। ਫਿਰ ਹੌਲੀ ਜਦੋਂ ਬੇਬੀ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਅਸੀਂ ਬੋਲਦੇ ਆ ਫੀਟਸ ਬੋਲਦੇ ਆ। ਅਸੀਂ ਹੁਣ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਰਾਹੀਂ ਦੇਖਾਂਗੇ ਕਿ ਕਿਵੇਂ ਇੱਕ ਜ਼ਾਇਗੋਟ ਯਾਨੀ ਯੁਗਮਕ ਜੋ ਹੈ ਉਹ ਭਰੂਣ ਹੁੰਦਾ ਹੈ, ਫਿਰ ਉਹ ਸ਼ਿਸ਼ੂ ਵਿੱਚ ਬਦਲ ਜਾਂਦਾ ਹੈ। ਹੈ ਨਾ ਕੁਦਰਤ ਦੀ ਇਹ ਕਿੰਨੀ ਸੋਹਣੀ ਰਚਨਾ। ਔਰ ਇਹ ਰਚਨਾ ਹੁੰਦੀ ਹੈ ਮਾਦਾ ਦੇ ਸਰੀਰ ਦੇ ਅੰਦਰ, ਪਰ ਨਰ ਤੋਂ ਬਿਨਾ ਔਰ ਮਾਦਾ ਦੋਵਾਂ ਤੋਂ ਬਿਨਾ ਕੁਦਰਤ ਦੀ ਇਹ ਰਚਨਾ ਪੋਸੀਬਲ ਨਹੀਂ ਹੋ ਸਕਦੀ। ਅੱਗੇ ਗੱਲ ਕਰਦੇ ਆ ਰੀਪਰੋਡਕਟਿਵ ਸਿਸਟਮ ਦੀ। ਸੋ ਰੀਪਰੋਡਕਟਿਵ ਸਿਸਟਮ ਕੀ ਹੈ ਜੀ, ਰੀਪਰੋਡਕਟਿਵ ਸਿਸਟਮ ਪ੍ਰਜਨਨ ਜਿਹੜਾ ਅੰਗ ਪ੍ਰਣਾਲੀ ਆ, ਇੱਕ ਫੀਮੇਲ ਪਾਰਟ ਆ, ਇੱਕ ਮੇਲ ਪਾਰਟ ਆ। ठीक है, सो फीमेल पार्ट और मेल पार्ट ਦੇ ਦੋਨਾਂ ਦੀ ਇੰਪੋਰਟੈਂਸ ਅਲੱਗ-ਅਲੱਗ ਆ ਔਰ ਦੋਨੋਂ ਹੀ ਕਾਫੀ ਇੰਪੋਰਟੈਂਸ ਰੱਖਦੇ ਨੇ। ਨਰ ਜਨਨ ਸੈੱਲਾਂ ਦਾ ਉਤਪਾਦਨ ਕਰਨ ਵਾਲੇ ਅੰਗ ਅਤੇ ਜਨਨ ਸੈੱਲਾਂ ਨੂੰ ਨਿਸ਼ੇਚਨ ਦੇ ਸਥਾਨ ਤੱਕ ਪਹੁੰਚਾਉਣ ਵਾਲੇ ਅੰਗਾਂ ਨੂੰ ਸੰਯੁਕਤ ਰੂਪ ਵਿੱਚ, ਇਕੱਠੇ ਰੂਪ ਵਿੱਚ ਅਸੀਂ ਨਰ ਪ੍ਰਜਨਨ ਪ੍ਰਣਾਲੀ ਕਹਿੰਦੇ ਹਾਂ, ਯਾਨੀ ਮੇਲ ਰੀਪਰੋਡਕਟਿਵ ਸਿਸਟਮ। ਨਰ ਜਨਨ ਸੈੱਲ ਜਾਂ ਸ਼ੁਕਰਾਣੂ ਦਾ ਨਿਰਮਾਣ ਪਤਾਲੂਆਂ ਵਿੱਚ ਹੁੰਦਾ ਹੈ, ਜਿਸ ਨੂੰ ਅਸੀਂ ਟੈਸਟਿਸ ਬੋਲਦੇ ਹਾਂ। ਇਹ ਦੋ ਹੁੰਦੇ ਹਨ। ਇਹ ਪੇਟ ਖੋੜ ਤੋਂ ਬਾਹਰ ਪਤਾਲੂ ਥੈਲੀ ਵਿੱਚ ਸਥਿਤ ਹੁੰਦੇ ਹਨ। ਪਤਾਲੂ ਨਰ ਦੇ ਸਰੀਰ ਤੋਂ ਬਾਹਰ ਹੁੰਦੇ ਹਨ। ਕਿਉਂ ਇਹ ਪੇਟ ਦੀ ਖੋੜ ਦੇ ਵਿੱਚ ਨਹੀਂ ਹੁੰਦੇ? ਇਸ ਕਾਰਨ ਨਹੀਂ ਹੁੰਦੇ ਕਿਉਂਕਿ ਪਤਾਲੂਆਂ ਦੇ ਵਿੱਚ ਜੋ ਸ਼ੁਕਰਾਣੂ ਬਣਦੇ ਹਨ ਉਹਨਾਂ ਨੂੰ ਬਣਨ ਦੇ ਲਈ ਜੋ ਤਾਪਮਾਨ ਚਾਹੀਦਾ ਹੈ ਉਹ 35 ਡਿਗਰੀ ਚਾਹੀਦਾ ਹੈ, ਪਰ ਸਾਡੇ ਪੇਟ ਦੇ ਅੰਦਰ ਜੋ ਤਾਪਮਾਨ ਹੁੰਦਾ ਹੈ ਉਹ 37 ਡਿਗਰੀ ਦੇ ਅਰਾਊਂਡ ਹੁੰਦਾ ਹੈ। ਸੋ ਇਸੇ ਕਰਕੇ ਪਤਾਲੂ ਸਰੀਰ ਤੋਂ ਬਾਹਰ ਹੁੰਦੇ ਹਨ। तो आओ ਅੱਗੇ ਗੱਲ ਕਰਦੇ ਆ
ਸੈਕਸ ਹਾਰਮੋਨ ਯਾਨੀ ਲਿੰਗੀ ਹਾਰਮੋਨ ਦੀ। ਲਿੰਗੀ ਹਾਰਮੋਨ ਦੋ ਹੁੰਦੇ ਨੇ। ਪਹਿਲਾਂ ਅਗਰ ਮੇਲ ਦੀ ਗੱਲ ਕਰੀਏ ਤਾਂ ਇਹ ਹੁੰਦਾ ਟੈਸਟੋਸਟੀਰੋਨ। ਟੈਸਟੋਸਟੀਰੋਨ ਮੇਲ ਹਾਰਮੋਨ ਆ, ਮੇਲ ਸੈਕਸ ਹਾਰਮੋਨ ਆ, ਠੀਕ ਹੈ। ਲਿੰਗੀ ਹਾਰਮੋਨ ਆ ਜਿਹੜਾ ਕੀ ਕਰਦਾ ਸ਼ੁਕਰਾਣੂ ਨੂੰ ਪੈਦਾ ਕਰਨ ਦੇ ਵਿੱਚ ਮਦਦ ਕਰਦਾ। ਸੋ ਇਹ ਜੀ ਅਗਰ ਟੈਸਟੋਸਟੀਰੋਨ ਦੀ ਅਗਰ ਕਮੀ ਹੁੰਦੀ ਆ ਤਾਂ ਉੱਥੇ ਸ਼ੁਕਰਾਣੂ ਪੈਦਾ ਨਹੀਂ ਹੁੰਦੇ। ਸੋ ਕਿਹੜਾ ਨਾਮ ਹੈ ਮੇਲ ਹਾਰਮੋਨ ਕਿਹੜਾ ਵਾ ਤੁਹਾਡੇ ਨੈਕਸਟ ਚੈਪਟਰ 'ਚ ਵੀ ਆਏਗਾ, ਟੈਸਟੋਸਟੀਰੋਨ। ਸੋ ਟੈਸਟੋਸਟੀਰੋਨ ਜਿਹੜਾ ਵਾ ਇਹ ਕਾਹਦੇ ਲਈ ਰਿਸਪੋਂਸੀਬਲ ਆ, ਇਹ ਸਪਰਮ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਇਹਦਾ ਮੇਨ ਰੋਲ ਹੁੰਦਾ ਹੈ। ਟੈਸਟੋਸਟੀਰੋਨ ਜੋ ਅਸੀਂ ਪੜ੍ਹ ਚੁੱਕੇ ਹਾਂ ਕਿ ਇੱਕ ਲਿੰਗੀ ਹਾਰਮੋਨ ਹੈ ਜੋ ਮਰਦਾਂ ਦੇ ਵਿੱਚ ਨਰ ਦੇ ਵਿੱਚ ਹੁੰਦਾ ਹੈ। ਉਹ ਕੀ ਕਰਦਾ ਹੈ ਸਪਰਮ ਦੀ ਫਾਰਮੇਸ਼ਨ ਵਾਸਤੇ ਯਾਨੀ ਸ਼ੁਕਰਾਣੂ ਦੀ ਜੋ ਉਹਨੂੰ ਪ੍ਰੋਡਿਊਸ ਕਰਦਾ ਹੈ ਔਰ ਨਾਲ ਹੀ ਕੁਝ ਸਿਕ੍ਰੀਸ਼ਨਸ ਪ੍ਰੋਡਿਊਸ ਕਰਦਾ ਹੈ ਜਦੋਂ ਇੱਕ ਨਰ ਪਿਊਬਰਟੀ ਦੇ ਵਿੱਚ ਆ ਜਾਂਦਾ ਹੈ। ਪਿਊਬਰਟੀ ਯਾਨੀ ਜਦੋਂ ਜੋਬਨ ਅਵਸਥਾ ਦੇ ਵਿੱਚ ਉਹ ਪ੍ਰਵੇਸ਼ ਕਰ ਜਾਂਦਾ ਹੈ। ਸੋ ਸਪਰਮ ਜੋ ਇਹ ਤਰਲ ਹੁੰਦਾ ਹੈ ਇਹ ਸ਼ੁਕਰਾਣੂਆਂ ਨੂੰ ਪੋਸ਼ਕ ਤੱਤ ਪ੍ਰੋਵਾਈਡ ਕਰਦਾ ਹੈ ਯਾਨੀ ਪ੍ਰਦਾਨ ਕਰਦਾ ਹੈ। ਪੈਦਾ ਹੋਏ ਸ਼ੁਕਰਾਣੂ ਸ਼ੁਕਰਾਨੀ ਵਹਿਨੀ ਰਾਹੀਂ ਪਰਿਵਹਨ ਕਰਦੇ ਹਨ। ਸ਼ੁਕਰਾਨੀ ਵਹਿਨੀ ਮੂਤਰ ਮਸਾਨੇ ਤੋਂ ਆਉਣ ਵਾਲੀ ਨਲੀ ਨਾਲ ਜੁੜ ਕੇ ਇੱਕ ਸੰਯੁਕਤ ਨਲੀ ਬਣਾਉਂਦੀ ਹੈ। ਇਸ ਲਈ ਮੂਤਰ ਮਾਰਗ ਸ਼ੁਕਰਾਣੂਆਂ ਅਤੇ ਮੂਤਰ ਦੋਵਾਂ ਦੇ ਜਾਣ ਲਈ ਸਾਂਝਾ ਰਸਤਾ ਹੁੰਦਾ ਹੈ। ਸ਼ੁਕਰਾਣੂ ਬਹੁਤ ਹੀ ਸੈਂਸਿਟਿਵ ਨੇਚਰ ਦੇ ਹੁੰਦੇ ਨੇ। ਸੋ ਇਹਨਾਂ ਨੂੰ ਪਰਿਵਹਨ ਦੇ ਲਈ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਸੋ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕੁਝ ਤਰਲ ਪਦਾਰਥ ਸਿਕ੍ਰੀਟ ਹੁੰਦੇ ਨੇ ਬੋਡੀ ਦੇ ਵਿੱਚ, ਯਾਨੀ ਜੋ ਸਾਡਾ ਨਰ ਪ੍ਰਜਨਨ ਪ੍ਰਣਾਲੀ ਅਸੀਂ ਰੀਡ ਕਰ ਰਹੇ ਹਾਂ ਉਸ ਦੇ ਵਿੱਚ। ਸੋ ਇੱਕ ਕੀ ਹੈ ਸੈਮੀਨਲ ਵੈਸਿਕਲ ਯਾਨੀ ਵੀਰਜ ਥੈਲੀ ਔਰ ਦੂਸਰੀ ਗਲੈਂਡ ਹੈ ਪ੍ਰੋਸਟੇਟ ਗਲੈਂਡ। ਸੋ ਇਹ ਜੋ ਹੈ ਇੱਕ ਤਰਲ ਪੈਦਾ ਕਰਦੇ ਨੇ ਜੋ ਸ਼ੁਕਰਾਣੂਆਂ ਨੂੰ ਅੱਗੇ ਚੱਲਣ ਦੇ ਵਿੱਚ ਵੀ ਮਦਦ ਕਰਦੇ ਨੇ ਅਤੇ ਉਹਨਾਂ ਨੂੰ ਤੇਜ਼ਾਬੀ ਕਿਰਿਆਵਾਂ ਤੋਂ ਵੀ ਬਚਾ ਕੇ ਰੱਖਦੇ ਨੇ। ਇੱਕ ਹੋਰ ਕਿਸਮ ਦਾ ਗਲੈਂਡ ਵੀ ਹੁੰਦਾ ਆ ਜਿਸ ਦਾ ਨਾਮ ਹੈ ਬਲਬੋ ਯੂਰੇਥਰਲ ਗਲੈਂਡ ਔਰ ਇਹਨੂੰ ਕਿਊਪਸ ਗਲੈਂਡ ਵੀ ਕਿਹਾ ਜਾਂਦਾ ਹੈ। ਬਲਬੋ ਯੂਰੇਥਰਲ ਗਲੈਂਡ ਦੇ ਵਿੱਚ ਵੀ ਇੱਕ ਅਲੱਗ ਕਿਸਮ ਦਾ ਜੋ ਤਰਲ ਪਦਾਰਥ ਹੈ ਉਹ ਨਿਕਲਦਾ ਹੈ ਜਿਸ ਦੇ ਨਾਲ ਪੂਰਾ ਵੀਰਜ ਯਾਨੀ ਪੂਰਾ ਜੋ ਸੀਮਨ ਹੈ ਕੰਪਲੀਟ ਹੋ ਜਾਂਦਾ ਹੈ, ਜੋ ਕਿਸ ਦੇ ਰਾਹੀਂ ਬਾਹਰ ਆ ਜਾਂਦਾ ਹੈ ਯੂਰੇਥਰਾ ਰਾਹੀਂ, ਜੋ ਕਿ ਯੂਰੇਥਰਾ ਯਾਨੀ ਮੂਤਰ ਮਾਰਗ ਜੋ ਕਿਸ ਦੇ ਅੰਦਰ ਹੈ ਪੀਨਿਸ ਤੇ। ਸੋ ਪੀਨਿਸ ਦੇ ਅੰਦਰ ਮੂਤਰ ਮਾਰਗ ਹੈ ਜਿਸ ਦੇ ਰਾਹੀਂ ਸ਼ੁਕਰਾਣੂ ਪੂਰੇ ਵੀਰਜ ਦੇ ਰਾਹੀਂ ਬਾਹਰ ਆ ਜਾਂਦੇ ਹਨ। ਨਾਓ ਸ਼ੁਕਰਾਣੂ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ। ਉਸ ਦੀ ਸ਼ੇਪ ਕੁਝ ਇਸ ਤਰ੍ਹਾਂ ਦੀ ਹੈ। ਸਭ ਤੋਂ ਅੱਗੇ ਹੈਡ ਹੁੰਦਾ ਹੈ ਔਰ ਸ਼ੁਕਰਾਣੂ ਇੱਕ ਯੂਨੀਸੈਲੂਲਰ ਸਿੰਗਲ ਸੈਲਡ ਸਟਰਕਚਰ ਹੁੰਦਾ ਹੈ ਯਾਨੀ ਇੱਕ ਸਿੰਗਲ ਸੈੱਲ ਹੁੰਦਾ ਹੈ ਸ਼ੁਕਰਾਣੂ। ਇਸ ਦੇ ਉੱਪਰ ਨਿਊਕਲੀਅਸ ਹੁੰਦਾ ਹੈ ਸਭ ਤੋਂ ਔਰ ਵਿਚਕਾਰ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਮਾਈਟੋਕੌਂਡਰੀਆ ਹੁੰਦਾ ਹੈ, ਠੀਕ ਹੈ, ਜਿਸ ਤੇ ਜੋ ਊਰਜਾ ਪ੍ਰਦਾਨ ਕਰਦਾ ਹੈ ਔਰ ਲਾਸਟ ਦੇ ਵਿੱਚ ਇਹਦੀ ਇੱਕ ਪੂੰਛ ਯਾਨੀ ਟੇਲ ਹੁੰਦੀ ਹੈ ਔਰ ਟੇਲ ਕੀ ਕੰਮ ਕਰਦੀ ਹੈ, ਟੇਲ ਇਸ ਨੂੰ ਚੱਲਣ ਦੇ ਵਿੱਚ ਮਦਦ ਕਰਦੀ ਹੈ ਔਰ ਜੋ ਸੀਮਨ ਅਸੀਂ ਪੜਿਆ ਸੀ ਪੂਰਾ ਜੋ ਇੱਕ ਤਰਲ ਹੁੰਦਾ ਹੈ ਉਹ ਇਸ ਨੂੰ ਫਲੋਟ ਕਰਨ ਦੇ ਈਜ਼ੀਲੀ ਫਲੋਟ ਕਰਨ ਦੇ ਵਿੱਚ ਮਦਦ ਕਰਦੇ ਹਨ। ਸ਼ੁਕਰਾਣੂ ਬਹੁਤ ਹੀ ਸੂਖਮ ਰਚਨਾਵਾਂ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਆਨੁਵੰਸ਼ਿਕ ਪਦਾਰਥ ਹੁੰਦੇ ਹਨ ਅਤੇ ਇਹਨਾਂ ਦੀ ਜੋ ਲੰਬੀ ਪੂਛ ਹੈ ਉਹ ਇਹਨਾਂ ਨੂੰ ਚੱਲਣ ਦੇ ਵਿੱਚ ਤੈਰਨ ਦੇ ਵਿੱਚ ਬਹੁਤ ਯੋਗਦਾਨ ਪ੍ਰਦਾਨ ਕਰਦੀ ਹੈ। ਇਹਨਾਂ ਨੂੰ ਮਾਦਾ ਜਨਨ ਸੈੱਲਾਂ ਤੱਕ ਤੈਰਨ ਵਿੱਚ ਇਹ ਬਹੁਤ ਜ਼ਿਆਦਾ ਰੋਲ ਨਿਭਾਉਂਦੀ ਹੈ। ਅੱਗੇ ਅਸੀਂ ਪੜ੍ਹਦੇ ਹਾਂ ਮਾਦਾ ਪ੍ਰਜਨਨ ਪ੍ਰਣਾਲੀ ਯਾਨੀ ਫੀਮੇਲ ਰੀਪਰੋਡਕਟਿਵ ਸਿਸਟਮ ਬਾਰੇ। ਮਾਦਾ ਜਨਨ ਸੈੱਲਾਂ ਜਾਂ ਅੰਡਾ ਸੈੱਲਾਂ ਦਾ ਨਿਰਮਾਣ ਅੰਡਕੋਸ਼ ਵਿੱਚ ਹੁੰਦਾ ਹੈ। ਇਹ ਅੰਡਕੋਸ਼ ਕੁਝ ਹਾਰਮੋਨ ਵੀ ਪੈਦਾ ਕਰਦੀ ਹੈ। ਅਸੀਂ ਅੱਗੇ ਦੇਖਾਂਗੇ ਕਿ ਮਾਦਾ ਜਨਨ ਪ੍ਰਣਾਲੀ ਦੇ ਭਿੰਨ-ਭਿੰਨ ਅੰਗ ਕਿਹੜੇ ਨੇ ਔਰ ਇਹਨਾਂ ਦੇ ਕੀ ਕੰਮ ਨੇ। ਆਓ ਅੱਗੇ ਪੜ੍ਹਦੇ ਹਾਂ। ਮਾਦਾ ਪ੍ਰਜਨਨ ਪ੍ਰਣਾਲੀ ਯਾਨੀ ਫੀਮੇਲ ਰੀਪਰੋਡਕਟਿਵ ਸਿਸਟਮ ਇਹ ਜ਼ਿਆਦਾ ਕੰਪਲੈਕਸ ਹੁੰਦਾ ਹੈ। ਇਹ ਜ਼ਿਆਦਾ ਥੋੜਾ ਮੁਸ਼ਕਿਲ ਬਣਿਆ ਹੁੰਦਾ ਹੈ ਕਿਸ ਤੋਂ, ਨਰ ਪ੍ਰਜਨਨ ਪ੍ਰਣਾਲੀ ਤੋਂ। ਕਿਉਂਕਿ ਇਸ ਸਿਸਟਮ ਦੇ ਵਿੱਚ ਜੋ ਫਰਟੀਲਾਈਜੇਸ਼ਨ ਹੈ, ਜੋ ਨਿਸ਼ੇਚਨ ਹੈ ਉਹ ਵੀ ਹੋਣਾ ਹੁੰਦਾ ਹੈ ਔਰ ਜੋ ਡਿਵੈਲਪਮੈਂਟ ਹੁੰਦੀ ਹੈ ਇੱਕ ਬੇਬੀ ਦੀ, ਇੱਕ ਬੱਚੇ ਦੀ, ਇੱਕ ਭਰੂਣ ਦੀ, ਉਹ ਵੀ ਹੋਣੀ ਹੁੰਦੀ ਹੈ। ਇਸ ਲਈ ਨਰ ਪ੍ਰਜਨਨ ਪ੍ਰਣਾਲੀ ਨਾਲੋਂ ਜੋ ਫੀਮੇਲ ਯਾਨੀ ਮਾਦਾ ਪ੍ਰਜਨਨ ਪ੍ਰਣਾਲੀ ਹੈ ਉਹ ਜ਼ਿਆਦਾ ਕੰਪਲਿਕੇਟਿਡ ਔਰ ਜ਼ਿਆਦਾ ਕੰਪਲੈਕਸ ਸਿਸਟਮ ਹੁੰਦਾ ਹੈ।
ਇੱਥੇ ਤੁਸੀਂ ਇੱਕ 3D ਵਿਊ ਦੇਖ ਸਕਦੇ ਹੋ ਮਾਨਵ ਦੇ ਵਿੱਚ ਮਾਦਾ ਜਨਨ ਸਿਸਟਮ ਦਾ, ਯਾਨੀ ਮਾਦਾ ਪ੍ਰਜਨਨ ਪ੍ਰਣਾਲੀ ਦਾ। ਤੁਸੀਂ ਸਾਈਡਸ ਤੇ ਦੇਖੋਗੇ ਤੇ ਦੋ ਅੰਡਕੋਸ਼ ਹਨ। ਸੋ ਅੰਡਕੋਸ਼ ਕੀ ਹੁੰਦਾ ਹੈ, ਕਿਹੜਾ ਹਿੱਸਾ ਹੈ ਜਿਸ ਵਿੱਚ ਅੰਡੇ ਪੈਦਾ ਹੁੰਦੇ ਹਨ, ਯਾਨੀ ਅੰਡਾਣੂ ਹੁੰਦੇ ਹਨ। ਸੋ ਦੋ ਅੰਡਕੋਸ਼ ਹੁੰਦੇ ਹਨ, ਇੱਕ ਸੱਜੇ ਪਾਸੇ ਅਤੇ ਦੂਸਰਾ ਖੱਬੇ ਪਾਸੇ। ਸੋ ਕਿੰਨੇ ਅੰਡਕੋਸ਼ ਨੇ? 2 ਅੰਡਕੋਸ਼ ਨੇ। ਤੁਸੀਂ ਦੇਖ ਸਕਦੇ ਹੋ ਕਿ ਉਂਗਲਾਂ ਵਰਗੀਆਂ ਪ੍ਰੋਜੈਕਸ਼ਨਸ ਵੀ ਲੱਗੀਆਂ ਨੇ, ਨਾਲ ਰਚਨਾਵਾਂ ਨੇ ਜੋ ਅੰਡਕੋਸ਼ ਨਾਲ ਜੁੜੀਆਂ ਹੋਈਆਂ ਨੇ, ਜੋ ਅੰਡਾਣੂਆਂ ਨੂੰ ਅੱਗੇ ਤੱਕ ਪਹੁੰਚਾਉਣ 'ਚ ਮਦਦ ਕਰਦੀਆਂ ਨੇ। ਸੋ 2 ਅੰਡਕੋਸ਼ ਹੁੰਦੇ ਨੇ, ਠੀਕ ਹੈ ਜੀ। ਹਰ ਇੱਕ ਲੜਕੀ ਦੇ ਵਿੱਚ 2 ਅੰਡਕੋਸ਼ ਨੇ ਜਿਨ੍ਹਾਂ ਦੇ ਵਿੱਚ ਅੰਡਾਣੂ ਪੈਦਾ ਹੁੰਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਨਮ ਸਮੇਂ ਤੋਂ ਹੀ ਹਰ ਲੜਕੀ ਦੇ ਅੰਡਕੋਸ਼ ਵਿੱਚ ਬਹੁਤ ਛੋਟੇ ਅਵਿਕਸਿਤ ਅੰਡੇ ਮੌਜੂਦ ਹੁੰਦੇ ਹਨ। ਕਿਹੜੇ ਅੰਡੇ? ਅਵਿਕਸਿਤ ਅੰਡੇ, ਯਾਨੀ ਜੋ ਓਵਮਸ ਹੁੰਦੇ ਨੇ, ਓਵਾ ਵੀ ਬੋਲਦੇ ਨੇ ਸਿੰਗਲ ਐਗ ਨੂੰ ਅਸੀਂ, ਉਹ ਮੌਜੂਦ ਹੁੰਦੇ ਨੇ। ਪਿਊਬਰਟੀ ਆਉਣ 'ਤੇ, ਪਿਊਬਰਟੀ ਯਾਨੀ ਜਦੋਂ ਇੱਕ ਜੋਬਨ ਅਵਸਥਾ ਆਉਂਦੀ ਹੈ, ਆਉਣ 'ਤੇ ਇਹਨਾਂ ਵਿੱਚੋਂ ਕੁਝ ਅੰਡੇ ਵਿਕਸਿਤ ਹੋਣ ਲੱਗਦੇ ਹਨ, ਯਾਨੀ ਵੱਡੇ ਹੋਣ ਲੱਗਦੇ ਹਨ। ਦੋਵੇਂ ਅੰਡਕੋਸ਼ਾਂ ਵਿੱਚੋਂ ਇੱਕ ਹਰ ਮਹੀਨੇ ਵਿੱਚ ਅੰਡਾ ਪੈਦਾ ਕਰਦਾ ਹੈ, ਯਾਨੀ ਦੋਵੇਂ ਅੰਡਕੋਸ਼ਾਂ ਵਿੱਚੋਂ ਕੋਈ ਵੀ ਇੱਕ ਹਰ ਮਹੀਨੇ ਇੱਕ ਅੰਡਾ ਪੈਦਾ ਕਰਦਾ ਹੈ। ਮਾਦਾ ਪ੍ਰਜਨਨ ਪ੍ਰਣਾਲੀ ਯਾਨੀ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਅਸੀਂ ਪੜ੍ਹਿਆ ਕਿ ਜੋ 2 ਅੰਡਕੋਸ਼ ਹੁੰਦੇ ਹਨ, ਇੱਕ ਸੱਜੇ ਔਰ ਇੱਕ ਖੱਬੇ, ਜਿਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਓਵਰੀ ਬੋਲਦੇ ਹਾਂ। ਇਹਨਾਂ ਦੇ ਵਿੱਚ ਅੰਡਾਣੂਆਂ ਦਾ ਨਿਰਮਾਣ ਹੁੰਦਾ ਹੈ। ਇਹ ਅੰਡਾਣੂ ਹਰ ਮਹੀਨੇ ਕੋਈ ਇੱਕ ਓਵਰੀ ਯਾਨੀ ਅੰਡਕੋਸ਼ ਦੇ ਵਿੱਚ ਇੱਕ ਅੰਡਾ ਵਿਕਸਿਤ ਹੁੰਦਾ ਹੈ, ਠੀਕ ਹੈ ਜੀ, ਜੋ ਅੱਗੇ ਪਹੁੰਚਦਾ ਹੈ। ਪਤਲੀ ਅੰਡ ਵਹਿਣੀ ਜਾਂ ਜਿਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਫੈਲੋਪੀਅਨ ਟਿਊਬ ਬੋਲ ਦਿੰਦੇ ਹਾਂ, ਉਹਨਾਂ ਦੁਆਰਾ ਅੰਡਕੋਸ਼ ਤੋਂ ਬੱਚੇਦਾਨੀ ਵਿੱਚ ਇਹ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਕਿਸ ਦੇ ਰਾਹੀਂ? ਜੋ ਉਂਗਲਾਂ ਵਰਗੀਆਂ ਸੰਰਚਨਾਵਾਂ ਨੇ ਉਸ ਨੂੰ ਅਸੀਂ ਫਿੰਬਰੇ ਬੋਲਦੇ ਹਾਂ। ਸੋ ਉਹ ਇਸ ਨੂੰ ਸਵੀਪ ਯਾਨੀ ਧੱਕਾ ਲਾਉਂਦੇ ਨੇ, ਜਿੱਦਾਂ ਇੱਕ ਝਾੜੂ ਵਾਂਗ ਆਪਾਂ ਸਵੀਪਿੰਗ ਕਰਦੇ ਹਾਂ, ਇੱਕ ਝਾੜੂ ਵਾਂਗ ਅੱਗੇ ਪਹੁੰਚਾਉਂਦੇ ਨੇ, ਠੀਕ ਹੈ। ਕਿਉਂਕਿ ਜੋ ਅੰਡਾਣੂ ਹੁੰਦੇ ਨੇ ਆਪਣੇ ਆਪ ਉਹਨਾਂ 'ਚ ਕੋਈ ਸ਼ਮਤਾ ਨਹੀਂ ਹੁੰਦੀ ਚੱਲਣ ਦੀ। ਸੋ ਆਪਣੇ ਆਪ ਨਹੀਂ ਚੱਲ ਸਕਦੇ, ਜਿਵੇਂ ਸ਼ੁਕਰਾਣੂ ਭੱਜੇ ਫਿਰਦੇ ਨੇ ਉਹ ਚੱਲ ਸਕਦੇ ਨੇ, ਅੰਡਾਣੂ ਆਪਣੇ ਆਪ ਚੱਲ ਫਿਰ ਨਹੀਂ ਸਕਦੇ, ਠੀਕ ਹੈ ਜੀ। ਸੋ ਉਹ ਕਿੱਥੇ ਪਹੁੰਚਦੇ ਨੇ? ਫੈਲੋਪੀਅਨ ਟਿਊਬ ਰਾਹੀਂ ਉਹ ਬਾਹਰ ਆਉਂਦੇ ਨੇ। ਔਰ ਫੈਲੋਪੀਅਨ ਟਿਊਬ ਕਿਹਦੇ ਨਾਲ ਜੁੜੀ ਹੁੰਦੀ ਆ? ਓਵਰੀ ਯਾਨੀ ਅੰਡਕੋਸ਼ ਨਾਲ ਅਤੇ ਯੂਟਰਸ ਦੇ ਨਾਲ। ਇਹ ਉਹ ਭਾਗ ਹੈ ਫੈਲੋਪੀਅਨ ਟਿਊਬ ਜਿੱਥੇ ਸਪਰਮ ਆ ਕੇ ਮਿਲਦਾ ਹੈ ਅੰਡਾਣੂ ਦੇ ਨਾਲ, ਔਰ ਅੰਡਾਣੂ ਪਹੁੰਚਦਾ ਹੈ ਜਾਇਗੋਟ ਬਣ ਕੇ, ਫਿਰ ਹੌਲੀ ਹੌਲੀ ਇਹ ਵੱਡਾ ਹੁੰਦਾ ਹੈ, ਯਾਨੀ ਇਹ ਬੱਚੇਦਾਨੀ ਯੂਟਰਸ ਦੇ ਵਿੱਚ ਪਹੁੰਚ ਜਾਂਦਾ ਹੈ। ਵਿਚਕਾਰ ਤੁਸੀਂ ਕਲੀਅਰ ਦੇਖ ਰਹੇ ਹੋ, ਜਿਸ ਨੂੰ ਅਸੀਂ ਔਰ ਬੱਚੇਦਾਨੀ ਬੋਲਦੇ ਹਾਂ। ਔਰ ਬੱਚੇਦਾਨੀ ਦੇ ਨਾਲ ਜੋ ਬੱਚਾ ਹੁੰਦਾ ਹੈ ਉਹ ਪਲੈਸੈਂਟਾ ਯਾਨੀ ਓਲ ਦੇ ਰਾਹੀਂ ਮਾਂ ਦੇ ਨਾਲ ਜੁੜਿਆ ਹੁੰਦਾ ਹੈ, ਔਰ ਵੈਜਾਈਨਾ ਯਾਨੀ ਯੋਨੀ ਰਾਹੀਂ ਹੀ ਜੋ ਬੱਚਾ ਹੈ ਉਸ ਦਾ ਜਨਮ ਹੋ ਜਾਂਦਾ ਹੈ। ਬੱਚੇਦਾਨੀ ਸਰਵਿਕਸ ਰਾਹੀਂ ਯੋਨੀ ਵਿੱਚ ਖੁੱਲਦੀ ਹੈ। ਨਰ ਮਾਦਾ ਦੇ ਸੰਯੋਗ ਦੇ ਸਮੇਂ ਸ਼ੁਕਰਾਣੂ ਯੋਨੀ ਦੇ ਮਾਰਗ ਵਿੱਚ ਸਥਾਪਿਤ ਹੁੰਦੇ ਹਨ, ਜਿੱਥੋਂ ਉੱਪਰ ਵੱਲ ਯਾਤਰਾ ਕਰਕੇ ਅੰਡਵੈਨੀ ਤੱਕ ਪਹੁੰਚ ਜਾਂਦੇ ਹਨ, ਜੋ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ, ਜਿੱਥੇ ਉਹ ਅੰਡੇ ਨਾਲ ਟਕਰਾ ਜਾਂਦੇ ਹਨ ਅਤੇ ਜੁਗਮਜ ਦੀ ਉਤਪਤੀ ਕਰਦੇ ਹਨ। ਔਰ ਇਸੇ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜੋ ਅੰਡਾ ਹੈ ਯੁਗਮਜ ਬਣ ਕੇ ਬੱਚੇਦਾਨੀ ਦੀ ਦੀਵਾਰ ਨਾਲ ਜੁੜ ਜਾਂਦਾ ਹੈ ਅਤੇ ਵਿਭਾਜਿਤ ਹੁੰਦਾ ਜਾਂਦਾ ਹੈ, ਜਿਵੇਂ ਅਸੀਂ ਪਹਿਲੇ ਪੜ੍ਹ ਲਿਆ ਸੀ ਕਿ ਜਾਇਗੋਟ ਬਹੁਤ ਸਾਰੇ ਛੋਟੇ ਛੋਟੇ ਸੈੱਲਾਂ ਵਿੱਚ ਟੁੱਟਦਾ ਜਾਂਦਾ ਹੈ। ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਮਾਂ ਦਾ ਸਰੀਰ ਗਰਭ ਧਾਰਨ ਕਰਨ ਸਮੇਂ ਬੱਚੇ ਦੇ ਵਿਕਾਸ ਲਈ ਵਿਸ਼ੇਸ਼ ਤੌਰ 'ਤੇ ਅਨੁਕੂਲ ਹੁੰਦਾ ਹੈ। ਇਸ ਲਈ ਬੱਚੇਦਾਨੀ ਹਰ ਮਹੀਨੇ ਭਰੂਣ ਨੂੰ ਗ੍ਰਹਿਣ ਕਰਨ ਅਤੇ ਉਸਦੇ ਪੋਸ਼ਣ ਲਈ ਤਿਆਰੀ ਕਰਦੀ ਹੈ। ਇਸ ਦੀ ਅੰਦਰਲੀ ਪਰਤ ਮੋਟੀ ਹੁੰਦੀ ਜਾਂਦੀ ਹੈ ਅਤੇ ਭਰੂਣ ਦੇ ਪੋਸ਼ਣ ਲਈ ਲਹੂ ਦਾ ਪ੍ਰਵਾਹ ਵੀ ਵੱਧ ਜਾਂਦਾ ਹੈ। ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ ਹੈ। ਇਸ ਦੇ ਲਈ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਅਸੀਂ ਓਲ ਜਾਂ ਪਲੇਸੈਂਟਾ ਕਹਿੰਦੇ ਹਾਂ।
ਇਹ ਇੱਕ ਤਸ਼ਤਰੀ ਜਿਹੀ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਧੱਸੀ ਹੁੰਦੀ ਹੈ। ਇਸ ਵਿੱਚ ਭਰੂਣ ਦੇ ਪਾਸੇ ਵਾਲੇ ਟਿਸ਼ੂ ਉੱਤੇ ਵਿਲਾਈ ਹੁੰਦੇ ਹਨ। ਮਾਂ ਵਾਲੇ ਪਾਸੇ ਲਹੂ ਸਥਾਨ ਹੁੰਦੇ ਹਨ ਜੋ ਵਿਲਾਈ ਨੂੰ ਘੇਰਦੇ ਹਨ। ਇਹ ਮਾਂ ਦੇ ਲਹੂ ਤੋਂ ਭਰੂਣ ਤੱਕ ਗਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥਾਂ ਦੇ ਪਰਿਵਹਨ ਲਈ ਇੱਕ ਵੱਡਾ ਖੇਤਰ ਪ੍ਰਦਾਨ ਕਰਦੇ ਹਨ। ਵੱਧਦਾ ਹੋਇਆ ਭਰੂਣ ਮਲ ਪਦਾਰਥ ਵੀ ਪੈਦਾ ਕਰਦਾ ਹੈ। ਇਸ ਦਾ ਨਿਪਟਾਰਾ ਵੀ ਔਲ ਰਾਹੀਂ ਮਾਂ ਦੇ ਲਹੂ ਵਿੱਚ ਪਰਿਵਹਨ ਦੁਆਰਾ ਹੁੰਦਾ ਹੈ। ਮਾਂ ਦੇ ਸਰੀਰ ਵਿੱਚ ਬੱਚੇ ਨੂੰ ਵਿਕਸਿਤ ਹੋਣ ਲਈ ਲਗਭਗ 9 ਮਹੀਨੇ ਦਾ ਸਮਾਂ ਲੱਗਦਾ ਹੈ। ਬੱਚੇਦਾਨੀ ਦੀਆਂ ਪੇਸ਼ੀਆਂ ਦੇ ਨਿਰੰਤਰ ਸੁੰਗੜਨ ਨਾਲ ਬੱਚੇ ਦਾ ਜਨਮ ਹੁੰਦਾ ਹੈ। ਅਸੀਂ ਪਹਿਲੇ ਪੜ੍ਹਿਆ ਕਿ ਸੈਕਸ ਹਾਰਮੋਨਸ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਟੈਸਟੋਸਟੇਰੋਨ ਜੋ ਮੇਲ ਹਾਰਮੋਨ ਹੈ ਔਰ ਜੋ ਫੀਮੇਲਸ ਦੇ ਵਿੱਚ ਹੁੰਦਾ ਹੈ ਉਹ ਹੈ ਐਸਟ੍ਰੋਜਨ। ਜਿਹੜਾ ਇਹ ਫੀਮੇਲ ਹਾਰਮੋਨ ਹੈ, ਫੀਮੇਲ ਸੈਕਸ ਹਾਰਮੋਨ ਹੈ, ਇਹ ਫੀਮੇਲ ਲਿੰਗੀ ਹਾਰਮੋਨ ਹੈ, ਇਹ ਕੀ ਕਰਦਾ ਵਾ, ਇਹ ਅੰਡਾਣੂ ਪੈਦਾ ਕਰਨ ਦੇ ਵਿੱਚ ਮਦਦ ਕਰਦਾ ਹੈ। ਜੋ ਅੰਡਾਣੂ ਕਿੱਥੇ ਪੈਦਾ ਹੁੰਦੇ ਨੇ, ਅੰਡਕੋਸ਼ ਦੇ ਵਿੱਚ ਪੈਦਾ ਹੁੰਦੇ ਨੇ ਔਰ ਫਲੋਪੀਅਨ ਟਿਊਬਸ ਦੇ ਰਾਹੀਂ ਫਿਰ ਬਾਹਰ ਆਉਂਦੇ ਨੇ। ਕਿੱਥੇ ਬਾਹਰ ਆਉਂਦੇ ਨੇ, ਬੱਚੇਦਾਨੀ ਵਿੱਚ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਯੂਟਰਸ ਬੋਲ ਦਿੰਦੇ ਹਾਂ। ਔਰ ਜੋ ਮੇਲ ਹਾਰਮੋਨ ਸੀ ਟੈਸਟੋਸਟੇਰੋਨ, ਉਹ ਕਿੱਥੇ ਪੈਦਾ ਉਹ ਕਿਹਨੂੰ ਪੈਦਾ ਕਰਦੇ ਨੇ, ਸਪਰਮ ਨੂੰ ਪੈਦਾ ਕਰਦੇ ਨੇ। ਠੀਕ ਹੈ, ਸੋ ਸਪਰਮ ਕਿੱਥੇ ਪੈਦਾ ਹੁੰਦੇ ਨੇ, ਪਤਾਲੂਆਂ ਦੇ ਵਿੱਚ ਪੈਦਾ ਹੁੰਦੇ ਨੇ, ਸ਼ੁਕਰਾਣੂ ਵਹਿਣੀ ਦੇ ਨਾਲ ਬਾਹਰ ਆਉਂਦੇ ਨੇ। ਸੋ ਰੀਪਰੋਡਕਸ਼ਨ ਪ੍ਰੋਸੈਸ ਜਿਹੜੀ ਹਿਊਮਨ ਦੀ ਹੈ ਬੇਟਾ, ਅਗਰ ਫੀਮੇਲ ਜੋ ਲੇਡੀਜ਼ ਹੁੰਦੀਆਂ ਨੇ ਔਰ ਜੋ ਜੈਂਟਸ ਹੁੰਦੇ ਨੇ, ਉਹਨਾਂ ਵਿੱਚੋਂ ਜਿਹੜੇ ਗੁਣਸੂਤਰ ਆਉਂਦੇ ਨੇ, ਠੀਕ ਹੈ, ਉਹ ਐਗ ਦੇ ਵਿੱਚ ਤੇ ਸਪਰਮ ਦੇ ਰੂਪ ਦੇ ਵਿੱਚ ਜਦੋਂ ਮਿਲਦੇ ਨੇ ਆਪਸ ਦੇ ਵਿੱਚ, ਉਹਨੂੰ ਅਸੀਂ ਫਰਟੀਲਾਈਜੇਸ਼ਨ ਪ੍ਰੋਸੈਸ ਬੋਲਦੇ ਹਾਂ। ਜਦੋਂ ਨਰ ਯੁਗਮਕ ਯਾਨੀ ਸਪਰਮ ਯਾਨੀ ਸ਼ੁਕਰਾਣੂ ਔਰ ਮਾਦਾ ਯੁਗਮਕ ਯਾਨੀ ਐਗ ਔਰ ਅੰਡਾਣੂ ਜਦੋਂ ਆਪਸ 'ਚ ਮਿਲਦੇ ਨੇ ਇੱਕ ਸਾਲ ਦੋਨਾਂ ਦੇ, ਤੇ ਉਹਨੂੰ ਫਰਟੀਲਾਈਜੇਸ਼ਨ ਬੋਲਦੇ ਨੇ ਪ੍ਰੋਸੈਸ ਨੂੰ। ਫਰਟੀਲਾਈਜੇਸ਼ਨ ਤੋਂ ਬਾਅਦ ਕੀ ਹੁੰਦਾ ਆ, ਫਰਟੀਲਾਈਜੇਸ਼ਨ ਤੋਂ ਬਾਅਦ ਸੈੱਲ ਦੀ ਵੰਡ ਹੁੰਦੀ ਆ। ਪਹਿਲਾਂ ਤੇ ਉਹ ਮਿਲ ਕੇ ਜ਼ਾਈਗੋਟ ਬਣਾਉਂਦਾ ਆ, ਜ਼ਾਈਗੋਟ ਯਾਨੀ ਜ਼ਾਈਗੋਟ ਯਾਨੀ ਯੁਗਮਜ ਬਣਾਉਂਦਾ ਹੈ। ਤਾਂ ਯੁਗਮਜ ਤੋਂ ਬਾਅਦ ਹੌਲੀ ਹੌਲੀ ਕੀ ਬਣਦਾ ਆ, ਜਦੋਂ ਯੁਗਮਜ ਬਣ ਜਾਂਦਾ ਫਿਰ ਸੈੱਲ ਦੀ ਵੰਡ ਹੁੰਦੀ ਆ। ਉਹਨਾਂ ਤੋਂ ਬਾਅਦ ਫਰਟੀਲਾਈਜੇਸ਼ਨ ਤੋਂ ਬਾਅਦ ਜ਼ਾਈਗੋਟ ਬਣਦਾ ਸੀ। ਅਸੀਂ ਪੜ੍ਹ ਚੁੱਕੇ ਹਾਂ ਜ਼ਾਈਗੋਟ ਵੀ ਇੱਕ ਦੋਨਾਂ ਦਾ ਫਿਊਜ਼ਨ ਹੁੰਦਾ, ਜਦੋਂ ਸੈੱਲਾਂ ਦਾ ਸਪਰਮ ਤੇ ਕਿਹਦਾ, ਅੰਡਾਣੂ ਦਾ, ਉਦੋਂ ਜ਼ਾਈਗੋਟ ਬਣ ਜਾਂਦਾ ਹੈ। ਕਲੀਅਰ ਬੱਚੇ ਸਾਰਿਆਂ ਨੂੰ। ਸੋ ਜ਼ਾਈਗੋਟ ਇੱਕ ਤਰ੍ਹਾਂ ਦਾ ਯੁਗਮਜ ਹੈ ਤੇ ਇਸ ਕਿਰਿਆ ਨੂੰ ਅਸੀਂ ਬੋਲਦੇ ਹਾਂ ਫਰਟੀਲਾਈਜੇਸ਼ਨ ਪ੍ਰੋਸੈਸ। ਫਿਰ ਹੌਲੀ ਹੌਲੀ ਜ਼ਾਈਗੋਟ ਅੱਗੇ ਭਰੂਣ ਬਣਦਾ, ਭਰੂਣ ਤੋਂ ਬਾਅਦ ਇੱਕ ਸ਼ਿਸ਼ੂ ਬਣਦਾ ਜਿਹੜਾ ਸਟਾਰਟ ਹੋ ਜਾਂਦਾ ਡਿਵੈਲਪ ਹੋਣਾ ਕਿਹਦੇ ਵਿੱਚ। ਅਸੀਂ ਅੰਡਾਣੂ ਦੇ ਨਿਸ਼ੇਚਨ ਬਾਰੇ ਤਾਂ ਪੜ੍ਹ ਲਿਆ, ਪਰ ਕੀ ਹੁੰਦਾ ਹੈ ਜਦੋਂ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ? ਆਓ ਇਸ ਦੇ ਬਾਰੇ ਵੀ ਪੜ੍ਹਦੇ ਹਾਂ। ਬੱਚਿਓ, ਅਸੀਂ ਪੜ੍ਹ ਚੁੱਕੇ ਹਾਂ ਕਿ ਹਰ ਮਹੀਨੇ ਕਿਸੇ ਵੀ ਇੱਕ ਅੰਡਕੋਸ਼ ਵਿੱਚ ਇੱਕ ਅੰਡਾਣੂ ਪੈਦਾ ਹੁੰਦਾ ਹੈ ਔਰ ਜੇਕਰ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਇਹ ਲਗਭਗ 1 ਦਿਨ ਤੱਕ ਜਿਉਂਦਾ ਰਹਿੰਦਾ ਹੈ। ਇਸ ਲਈ ਨਿਸ਼ੇਚਿਤ ਅੰਡੇ ਨੂੰ ਪ੍ਰਾਪਤ ਕਰਨ ਹਿੱਤ ਬੱਚੇਦਾਨੀ ਵੀ ਹਰ ਮਹੀਨੇ ਤਿਆਰੀ ਕਰਦੀ ਰਹਿੰਦੀ ਹੈ। ਇਸ ਲਈ ਬੱਚੇਦਾਨੀ ਦੀਆਂ ਅੰਦਰਲੀਆਂ ਕੰਧਾਂ ਮੋਟੀਆਂ ਅਤੇ ਸਪੰਜੀ ਹੋ ਜਾਂਦੀਆਂ ਹਨ, ਸੌਫਟ ਹੋ ਜਾਂਦੀਆਂ ਹਨ, ਜੋ ਕਿ ਅੰਡੇ ਦੇ ਨਿਸ਼ੇਚਿਤ ਹੋਣ ਦੀ ਤਿਆਰੀ 'ਚ ਹੁੰਦੀਆਂ ਨੇ, ਉਸ ਦੀ ਪ੍ਰਾਪਤੀ 'ਚ ਹੁੰਦੀਆਂ ਨੇ ਕਿ ਯੁਗਮਕ ਆਏ ਔਰ ਮੇਰੇ ਵਿੱਚ ਵਿਕਸਿਤ ਹੋਵੇ ਔਰ ਪੋਸ਼ਣ ਲਈ ਵੀ ਤਿਆਰ ਰਹਿੰਦੀਆਂ ਹਨ। ਜੇਕਰ ਨਿਸ਼ੇਚਨ ਨਹੀਂ ਹੁੰਦਾ, ਜੇਕਰ ਯੁਗਮਜ ਨਹੀਂ ਬਣਦਾ ਔਰ ਯੁਗਮਜ ਨਾ ਬਣੇ ਜਾਂ ਸ਼ੁਕਰਾਣੂ ਦਾ ਮੇਲ ਅੰਡਾਣੂ ਨਾਲ ਨਹੀਂ ਹੁੰਦਾ, ਯੁਗਮਜ ਨਹੀਂ ਬਣਦਾ, ਤਾਂ ਜੋ ਅੰਡਾਣੂ ਹੈ ਉਹ ਸਿੱਧਾ ਯੂਟਰਸ ਯਾਨੀ ਬੱਚੇਦਾਨੀ ਦੇ ਵਿੱਚ ਆ ਜਾਂਦਾ ਹੈ ਔਰ ਬਿਨਾਂ ਨਿਸ਼ੇਚਨ ਤੋਂ ਇਸ ਪਰਤ ਦੀ ਲੋੜ ਨਹੀਂ ਰਹਿੰਦੀ ਜੋ ਅੰਦਰਲੀ ਮੋਟੀ ਤੇ ਸਪੰਜੀ ਪਰਤ ਬਣੀ ਹੋਈ ਹੁੰਦੀ ਹੈ। ਇਸ ਲਈ ਇਹ ਪਰਤ ਹੌਲੀ ਹੌਲੀ ਟੁੱਟ ਕੇ ਯੋਨੀ ਮਾਰਗ ਰਾਹੀਂ ਲਹੂ ਅਤੇ ਮਿਊਕਸ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ। ਇਸ ਚੱਕਰ ਦੇ ਲਗਭਗ 1 ਮਹੀਨੇ ਦਾ ਸਮਾਂ ਲੱਗਦਾ ਹੈ ਔਰ ਹਰ ਮਹੀਨੇ ਅਗਰ ਅੰਡਾਣੂ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਇਹ ਹਰ 28 ਦਿਨ ਬਾਅਦ ਇਹ ਕਿਰਿਆ ਦੁਹਰਾਈ ਜਾਂਦੀ ਹੈ ਔਰ ਇਸੇ ਨੂੰ ਹੀ ਮਾਹਵਾਰੀ ਦਾ ਨਾਮ ਦਿੱਤਾ ਜਾਂਦਾ ਹੈ, ਯਾਨੀ ਮੈਂਸੂਰੇਸ਼ਨ, ਜੋ ਗਰਲਸ ਵਿੱਚ ਆਮ ਦੇਖਣ ਨੂੰ ਮਿਲਦੇ ਹਨ। ਇਹ ਲਗਭਗ 2 ਤੋਂ 8 ਦਿਨ ਤੱਕ ਵੀ ਰਹਿੰਦੀ ਹੈ। ਸੋ ਅੱਜ ਅਸੀਂ ਪੜ੍ਹਿਆ ਸੈਕਸ ਹਾਰਮੋਨਸ ਬਾਰੇ, ਸੈਕਸ਼ੂਅਲ ਜਿਹੜਾ ਹੈ ਰੀਪਰੋਡਕਸ਼ਨ ਆ ਇਹਦੇ ਬਾਰੇ। ਸੋ ਇਹਦੇ ਵਿੱਚ
ਆਫਸਪ੍ਰਿੰਗ ਪੈਦਾ ਹੁੰਦਾ, ਇਹਦੇ ਵਿੱਚ ਫਿਊਜ਼ਨ ਹੁੰਦੀ ਹੈ, ਜੁੜਦੇ ਆ ਕੌਣ, ਮੇਲ ਅਤੇ ਫੀਮੇਲ ਦੋਨਾਂ ਦੇ ਜਿਹੜੇ ਗੈਮੇਟਸ ਹੁੰਦੇ ਨੇ ਯੁਗਮਕ ਹੁੰਦੇ ਨੇ। ਮੇਲ ਗੈਮੇਟ ਨੂੰ ਅਸੀਂ ਸਪਰਮ ਬੋਲਦੇ ਯਾਨੀ ਸ਼ੁਕਰਾਣੂ ਬੋਲਦੇ ਹਾਂ, ਫੀਮੇਲ ਗੈਮੇਟ ਨੂੰ ਅਸੀਂ ਐਗ ਬੋਲਦੇ ਹਾਂ ਜਾਂ ਅੰਡਾਣੂ ਬੋਲਦੇ ਹਾਂ। ਅਤੇ ਕੀ ਬਣਾਉਂਦੇ ਨੇ, ਜ਼ਾਈਗੋਟ ਬਣਾਉਂਦੇ ਨੇ। ਤੁਸੀਂ ਪਿਕਚਰ 'ਚ ਦੇਖ ਸਕਦੇ ਗੋਲ ਜਿਹਾ ਜੋ ਸੀ ਉਹ ਸ਼ੁਕਰਾਣੂ ਹੈ, ਠੀਕ ਹੈ, ਸੌਰੀ ਅੰਡਾਣੂ ਹੈ, ਔਰ ਜੋ ਟੇਲ ਲਾਈਕ ਹੈ ਉਹ ਕੌਣ ਹੈ, ਸ਼ੁਕਰਾਣੂ ਹੈ। ਸੋ ਜਦੋਂ ਇਹ ਦੋਨੋਂ ਮਿਲਦੇ ਨੇ ਕਿਹੜੀ ਪ੍ਰੋਸੈਸ ਹੁੰਦੀ ਆ, ਫਰਟੀਲਾਈਜੇਸ਼ਨ ਪ੍ਰੋਸੈਸ ਹੁੰਦੀ ਆ, ਫਰਟੀਲਾਈਜੇਸ਼ਨ ਕਿਰਿਆ ਹੁੰਦੀ ਆ। ਔਰ ਇਸ ਕਿਰਿਆ ਤੋਂ ਬਾਅਦ ਜ਼ਾਈਗੋਟ ਬਣਦਾ। ਹੌਲੀ ਹੌਲੀ ਜਦੋਂ ਜ਼ਾਈਗੋਟ ਅੱਗੇ ਸੈਲਸ ਦੇ ਵਿੱਚ ਵੰਡਿਆ ਜਾਂਦਾ ਕਾਫੀ ਸਾਰੇ ਸਾਲਾਂ ਦੇ ਵਿੱਚ, ਠੀਕ ਹੈ। ਸੋ ਉਸ ਤੋਂ ਬਾਅਦ ਇਹ ਭਰੂਣ ਬਣਦਾ। ਭਰੂਣ ਤੋਂ ਬਾਅਦ ਹੌਲੀ ਹੌਲੀ ਇਹਦੇ 'ਚ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ, ਟਿਸ਼ੂਜ਼ ਬਣਦੇ ਨੇ, ਅਲੱਗ ਅਲੱਗ ਸੈਲਸ ਤੋਂ ਟਿਸ਼ੂਜ਼ ਬਣਦੇ ਨੇ। ਜੋ ਬੇਬੀ ਹੈ ਉਹਦੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਸੋ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਅਸੀਂ ਪੜ੍ਹ ਚੁੱਕੇ ਕਿ ਦੋਨਾਂ ਜਨਕਾਂ ਦੀ ਲੋੜ ਹੁੰਦੀ ਹੀ ਹੁੰਦੀ ਹੈ। ਸੋ ਆਸ ਕਰਦੀ ਹਾਂ ਤੁਹਾਨੂੰ ਟੌਪਿਕ ਸਮਝ ਆ ਗਿਆ ਹੋਏਗਾ। ਧੰਨਵਾਦ।